ਇਹ ਸਾਡੀ ਫੈਮਿਲੀ ਹਿਸਟਰੀ 1775 ਤੋਂ ਸ਼ੁਰੂ ਹੁੰਦੀ ਹੈ, ਜਦੋਂ ਸਾਡੇ ਬਜ਼ੁਰਗਾਂ ਨੇ ਸਰਦਾਰ ਚੜ੍ਹਤ ਸਿੰਘ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸੀਗੇ, ਉਹਨਾਂ ਦੇ ਨਾਲ ਉਹਨਾਂ ਦੀ ਮਿਸਲ ਦੇ ਵਿੱਚ ਸੀਗੇ ਸੱਜਾ ਸਿੰਘ ਜੀ। ਫਿਰ ਸਰਦਾਰ ਚੜ੍ਹਤ ਸਿੰਘ ਗੁਜ਼ਰ ਗਏ, ਫਿਰ ਸਰਦਾਰ ਮਹਾਂ ਸਿੰਘ ਆਏ, ਤੇ ਫਿਰ ਸਾਡੇ ਬਜ਼ੁਰਗ ਜਦੋਂ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਸਿੱਖਾਂ ਦੀਆਂ ਫੌਜਾਂ ਲਾਹੌਰ ਦੇ ਵਿੱਚ ਪ੍ਰਵੇਸ਼ ਕੀਤੀਆਂ, ਤਾਂ ਮੇਰੇ ਬਜ਼ੁਰਗ ਉਸ ਵੇਲੇ ਉਹਨਾਂ ਦੇ ਨਾਲ ਸੀਗੇ। ਓਕੇ। ਸੋ ਉਦੋਂ ਦਾ ਚੱਲੀ ਆਉਂਦਾ ਕੰਮ। ਪਹਿਲਾਂ ਸਾਨੂੰ ਕਤਲ ਕਰਦੇ ਸੀਗੇ ਅੱਤਵਾਦੀ, ਟੈਰਰਿਸਟ ਕਰਕੇ, ਹੁਣ ਕਹਿੰਦੇ ਆ ਤੁਸੀਂ ਗੈਂਗਸਟਰ ਹੋ। ਮੇਰਾ ਮਤਲਬ ਹੈ ਕਿ ਕਦੋਂ ਸਾਡੇ ਉੱਤੇ ਇਹ ਜ਼ਬਰ ਮੁੱਕੂਗਾ। ਅੱਜ ਵੀ ਮੈਨੂੰ ਉਹੀ ਛਾਤੀ ਦੇ ਵਿੱਚ ਦਰਦ ਹੈ ਜਿਹੜੀ ਉਸ ਵੇਲੇ ਹੋਈ ਸੀਗੀ, ਤੇ ਇਹ ਸੰਭਵ ਸੀਗਾ ਕਿ ਮੈਂ ਆਪਣੀ ਨੌਕਰੀ ਤੋਂ ਅਸਤੀਫਾ ਦੇਵਾਂ। ਨਹੀਂ, ਜਿਹੜੇ ਮੇਰੇ ਸਕੂਲ ਦੇ ਦੋਸਤ ਸੀਗੇ ਨਾ, ਕਈ ਡੂਨ ਸਕੂਲ ਦੇ ਸੀਗੇ, ਉਹ ਰਾਜੀਵ ਗਾਂਧੀ ਦੇ ਨਾਲ ਪੜ੍ਹੇ ਲਿਖੇ ਸੀਗੇ, ਤੇ ਉੱਥੇ ਹੀ ਇੰਦਰਾ ਗਾਂਧੀ ਦੇ ਦਫ਼ਤਰ ਦੇ ਵਿੱਚ, ਜਿੱਥੇ ਰਾਜੀਵ ਗਾਂਧੀ ਦਾ ਦਫ਼ਤਰ ਅਲੱਗਾ ਸੀਗਾ, ਉੱਥੇ ਆਉਂਦੇ ਜਾਂਦੇ ਸੀਗੇ। ਉਹਨਾਂ ਨੇ ਮੈਨੂੰ ਖਬਰ ਪਹੁੰਚਾਤੀ ਕਿ ਹੁਣ ਅਸਤੀਫੇ ਤੋਂ ਬਾਅਦ ਤੈਨੂੰ ਇਹਨਾਂ ਨੇ ਮਰਵਾ ਦੇਣਾ, ਤੂੰ ਕਿਤੇ ਨਾ ਕਿਤੇ ਨਿਕਲ ਜਾ। ਅਸੀਂ ਕਲਕੱਤੇ ਤੋਂ ਚੱਲੇ ਸੀਗੇ, ਤੇ ਜੋਗਬਾਣੀ ਬਾਰਡਰ ਹੈਗਾ ਬਿਹਾਰ ਦਾ ਨੇਪਾਲ ਦੇ ਨਾਲ, ਉੱਥੇ ਅਸੀਂ ਪਹੁੰਚਣਾ ਸੀਗਾ। ਤੇ ਮੈਂ ਸਰਦਾਰ ਕਮਿੱਕਰ ਸਿੰਘ, ਜਿਨ੍ਹਾਂ ਨੇ ਮੈਨੂੰ ਪਨਾਹ ਦਿੱਤੀ ਸੀ, ਸਰ ਚਰਨ ਸਿੰਘ, ਤੇ ਇੱਕ ਗੋਰਖਾ ਸੀਗਾ ਜਿਹੜਾ ਟਰਾਂਸਪੋਰਟਰ ਸੀਗਾ, ਅਸੀਂ ਸਾਰੇ ਜੀਪ ਦੇ ਵਿੱਚ ਉੱਧਰ ਨੂੰ ਜੋਗਬਾਣੀ ਵੱਲ ਨੂੰ ਚੱਲੇ। ਤੇ ਮੈਂ ਕਿਹਾ ਕਿ ਬਿਹਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਇਹਦੇ ਤੋਂ ਨਾ ਚੱਲੀਏ ਤੇ ਆਪਾਂ ਬੰਗਾਲ ਦੇ ਵਿੱਚੋਂ ਹੀ ਨੇਪਾਲ ਲੰਘ ਜਾਈਏ। ਪਰ ਇਹਨਾਂ ਨੇ ਕਿਹਾ ਕਿ ਜਿਹੜਾ ਗੋਰਖਾ ਹੈ ਉਹਨੂੰ ਪਤਾ ਸਾਰੇ ਬਾਰਡਰ ਦਾ, ਕਿਉਂ ਕਰਕੇ ਉਹ ਨੇਪਾਲ ਤੋਂ ਕੋਈ ਚੀਜ਼ਾਂ ਇੱਧਰ ਲੈ ਆਉਂਦਾ, ਇੱਧਰਲੀਆਂ ਚੀਜ਼ਾਂ ਉਹ ਲੈ ਜਾਂਦਾ, ਤੇ ਸਾਨੂੰ ਉਹਦਾ ਪਤਾ ਹੈ, ਉਹਦੀ ਤਸੱਲੀ ਹੈ, ਤੇ ਅਸੀਂ ਜੋਗਬਾਣੀ ਦੇ ਵਿੱਚੋਂ ਪਾਰ ਕਰੀਏ। ਹੁਣ ਜਦੋਂ ਅਸੀਂ ਜੋਗਬਾਣੀ ਪਹੁੰਚੇ ਤੇ ਸ਼ਾਮਾਂ ਹੋ ਗਈਆਂ ਸੀਗੀਆਂ, ਤੇ ਬਿਜਲੀ ਉੱਥੇ ਚਲੀ ਗਈ ਸੀ, ਤੇ ਜਿਹੜੀਆਂ ਹੱਟੀਆਂ ਦੁਕਾਨਾਂ ਸੀ ਉਹਨਾਂ ਨੇ ਗੈਸ ਦੇ ਲੈਂਪ ਜਿਹੇ ਜਗਾਏ ਹੋਏ ਸੀਗੇ। ਤੇ ਜਿੱਥੋਂ ਅਸੀਂ ਬਾਰਡਰ ਲੰਘਣਾ ਸੀਗਾ, ਮੇਰੀ ਸਾਰੇ ਬਾਰਡਰਾਂ ਦੇ ਉੱਤੇ ਇਤਲਾਹ ਹੋਈ ਸੀਗੀ ਕਿ ਸਿਮਰਨਜੀਤ ਸਿੰਘ ਮਾਨ ਨੇ ਪਾਰ ਕਰਨਾ, ਤੇ ਉੱਥੇ ਤਕੜੀ ਨਿਗਾਹ ਰੱਖੀ ਜਾਵੇ। ਹੁਣ ਬਾਰਡਰ ਖੁੱਲ੍ਹਾ ਸੀਗਾ, ਗੇਟ ਖੁੱਲ੍ਹਾ ਸੀਗਾ, ਤੇ ਗੋਰਖਾ ਚਲਾ ਰਿਹਾ ਸੀਗਾ, ਤੇ ਇੱਕ ਆਦਮੀ ਆ ਗਿਆ, ਕਹਿੰਦਾ ਰੁਕੋ ਰੁਕੋ ਰੁਕੋ। ਤੇ ਮੈਂ ਗੋਰਖੇ ਨੂੰ ਕਿਹਾ, ਦੱਬ ਜਾ ਰਹੇ ਹੈ, ਇੱਥੇ ਰੁਕਣ ਦੀ ਕੀ ਗੱਲ ਹੈ, ਹੁਣ ਆਹ ਤਾਂ ਨੇਪਾਲ ਹੈ, ਜਿੱਥੇ ਆ ਕੰਧ ਆ ਉੱਥੇ ਨੇਪਾਲ ਸੀ, ਇੱਥੇ ਅਸੀਂ ਸੀਗੇ। ਅੱਛਾ ਜੀ। ਪਰ ਪਤਾ ਨਹੀਂ, ਉਹ ਘਬਰਾ ਗਿਆ, ਗੋਰਖਾ ਘਬਰਾ ਗਿਆ। ਹਾਂ, ਗੋਰਖਾ, ਉਹਨੇ ਗੱਡੀ ਖੜੀ ਕਰਤੀ। ਫਿਰ ਉਹ ਜਿਹੜਾ ਬੰਦਾ ਸੀਗਾ CID ਦਾ ਜਾਂ IB ਦਾ, ਉਹਨੇ ਕਿਹਾ ਕਿ ਆਪ ਤੋਂ मान साहब हैं। मैं क्या, हाँ मैं मान साहब है। तो कहता फिर आप हमारे पोस्ट में आ जाओ। फिर असी उतर के क्यों करके तो अगे चलने को तैयार नहीं सीगे। फिर रात ਨੂੰ ਨਾ ਸਾਨੂੰ ਜਿੱਥੇ ਰੱਖਿਆ, ਉੱਥੇ ਉਹਨਾਂ ਨੇ, ਪੁਲਿਸ ਵਾਲਿਆਂ ਨੇ, ਕੋਈ ਇਹ ਗਾਰਡ ਜਾਂ ਕੁਛ ਨਹੀਂ ਸੀ ਲਾਈ ਗਈ, ਤੇ ਸਾਡੇ ਬੂਹੇ ਵੀ ਨਹੀਂ ਸੀ ਬੰਦ ਕੀਤੇ ਹੋਏ ਬਾਹਰੋਂ। ਅੱਛਾ। ਤੇ ਬਾਰਡਰ ਦੇ ਨਾਲ ਹੀ ਸੀ, ਤੇ ਮੈਂ ਆਪਣਾ ਬਸਤਾ ਫੜ ਲਿਆ, ਤੇ ਮੈਂ ਕਿਹਾ ਕਿ ਮੈਂ ਚੱਲਦਾ। ਮੇਰੇ ਨਾਲ ਸੀ ਭਾਈ ਰਾਮ ਸਿੰਘ, ਤੇ
ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਰਾਗੀ ਵੀ ਸੀਗਾ ਤੇ ਕੁਦਰਤੀ ਮੇਰੇ ਨਾਲ ਵੀ ਚੱਲ ਪਿਆ ਤੇ ਮੈਨੂੰ ਇਮਦਾਦ ਹੋ ਗਈ ਕਿ ਇਹਦੀ ਵਾਕਫੀਅਤ ਟਕਸਾਲ ਦੇ ਨਾਲ ਬਹੁਤ ਹੈ ਤੇ ਟਕਸਾਲ ਦੇ ਬੰਦੇ ਵੀ ਕਲਕੱਤੇ ਹੈਗੇ ਆ ਤੇ ਉੱਥੇ ਜਿੱਥੇ ਵੀ ਅਸੀਂ ਜਾਂਦੇ ਸੀਗੇ ਤੇ ਇਹਦੀ ਇਮਦਾਦ ਉਹਨੇ ਕਿਹਾ ਕਿ ਇਹ ਮੈਂ ਮਾਨ ਸਾਹਿਬ ਮਾਰ ਦੇਣਗੇ ਮੈਨੂੰ ਜੇ ਤੁਸੀਂ ਚਲੇ ਗਏ, ਮੇਰੀ ਜਾਨ ਚਲੀ ਜਾਊ। ਚਲੋ ਮੈਂ ਫਿਰ ਰੁਕ ਗਿਆ। 5 ਸਾਲ ਮੈਨੂੰ ਤਨਾਈ ਦੇ ਵਿੱਚ ਰੱਖਿਆ ਗਿਆ। ਪਹਿਲਾਂ ਤਾਂ 2-3 ਦਿਨ ਮੈਂ ਪਟਨੇ ਰਿਹਾ, ਮੈਨੂੰ ਹਵਾਈ ਜਹਾਜ਼ 'ਚ ਲੈ ਗਏ। ਫਿਰ ਪਟਨੇ ਤੋਂ ਮੈਨੂੰ ਦਿੱਲੀ ਲੈ ਗਏ ਹਵਾਈ ਜਹਾਜ਼ ਤੇ। ਦਿੱਲੀ ਤੋਂ ਮੈਨੂੰ ਭਰਤਪੁਰ ਰਾਜਸਥਾਨ ਦੇ ਵਿੱਚ, ਉੱਥੇ ਮੈਂ ਕਰੀਬ 1 ਸਾਲ ਤਨਾਈ ਦੇ ਵਿੱਚ ਰਿਹਾ, ਛੋਟੇ ਜਿਹੇ ਸੈੱਲ ਦੇ ਵਿੱਚ। ਠੀਕ ਹੈ, ਮੈਨੂੰ ਮੇਰੇ ਵਕੀਲ ਸੀਗੇ ਜੇਠ ਮਲਾਨੀ ਸਾਹਿਬ ਤੇ ਮੇਰੇ ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਦਾ ਮੁਕੱਦਮਾ ਸੀ ਉਹ ਅਸੀਂ ਜਿੱਤ ਗਏ ਸੀਗੇ, ਕਿਉਂ ਕਰਕੇ ਜੇਠ ਮਲਾਨੀ ਸਾਹਿਬ ਨੇ ਇਹੋ ਜਿਹੀ ਉੱਥੇ ਬਹਿਸ ਕੀਤੀ ਕਿ ਉਹ ਨੈਸ਼ਨਲ ਸਿਕਿਉਰਿਟੀ ਐਕਟ ਮੇਰੇ ਤੇ ਲੱਗ ਨਹੀਂ ਸੀ ਸਕਦਾ। ਫਿਰ ਅਦਾਲਤ ਨੇ ਉਹ ਤੋੜਤਾ। ਉਸ ਤੋਂ ਬਾਅਦ ਫਿਰ ਮੇਰੇ ਤੇ ਹੋਰ ਕੇਸ ਇਹਨਾਂ ਨੇ ਪਾਤੇ ਸਰਕਾਰ ਨੇ ਤੇ ਮੈਨੂੰ ਫਿਰ ਕਿਉਂ ਕਰਕੇ ਅਸੀਂ ਬਿਹਾਰ ਦੇ ਵਿੱਚ ਫੜੇ ਗਏ ਸੀਗੇ ਤੇ ਬਿਹਾਰ ਦਾ ਹੀ ਮੁਕੱਦਮਾ ਸੀਗਾ ਤੇ ਫਿਰ ਸਾਨੂੰ ਭਾਗਲਪੁਰ ਜੇਲ੍ਹ 'ਚ ਲੈ ਗਏ। ਉਸ ਤੋਂ ਪਹਿਲਾਂ ਭਰਤਪੁਰ ਤੋਂ ਜਦੋਂ ਮੈਨੂੰ ਲੈ ਕੇ ਗਏ ਹੈ, NSA ਟੁੱਟ ਗਿਆ ਸੀ ਤੇ ਮੇਰੇ ਪਿੱਛੇ ਹੱਥਕੜੀਆਂ ਸੀਗੀਆਂ, ਮੇਰੇ ਹੱਥ ਬੰਨੇ ਹੋਏ ਸੀ ਪਿੱਛੋਂ ਤੇ ਹੈਲੀਕਾਪਟਰ ਦਾ ਜਿਹੜਾ ਪਾਇਲਟ ਸੀਗਾ ਉਹ ਸਿੱਖ ਸੀਗਾ ਤੇ ਮੈਂ ਉਸ ਨੂੰ ਕਿਹਾ ਕਿ ਇਹ ਤੁਸੀਂ ਇਸ ਹੈਲੀਕਾਪਟਰ ਦੇ ਕਮਾਂਡਰ ਹੋ ਤੇ ਮੇਰੇ ਹੱਥ ਕੜੀਆਂ ਲੱਗਦੀਆਂ ਤੇ ਇਹ ਪਿੱਛੇ ਮੈਨੂੰ ਚੁਭਦੀ ਹੈ ਮੇਰੀ ਰੀੜ੍ਹ ਦੀ ਹੱਡੀ 'ਚ। ਤੇ ਉਹ ਜਿਹੜਾ DSP ਤੇ ਇੰਸਪੈਕਟਰ ਮੇਰੇ ਨਾਲ ਸੀਗੇ ਉਹਨਾਂ ਨੂੰ ਇਹ ਉਸਨੇ ਕਿਹਾ ਕਿ ਇਹ ਹੱਥਕੜੀ ਲਾ ਦਿਓ। ਉਹ ਕਹਿੰਦੇ ਇਹ ਤਾਂ ਜੀ ਬਹੁਤ ਖਤਰਨਾਕ ਅਫਸਰ ਹੈ ਤੇ ਉਸਨੇ ਫਿਰ ਅੰਗਰੇਜ਼ੀ 'ਚ ਕਿਹਾ ਕਿ I am the captain of the ship of this aircraft and you will obey my orders or I will place you under arrest. Now you are in my territory. ਮੇਰੀ ਹੱਥ ਕੜੀਆਂ ਲਾਤੀਆਂ। ਹਾਂ ਦੇਖੋ ਮੇਰੇ ਜਵਾੜਾ ਫੁੱਟਿਆ ਪਿਆ, ਇੱਥੋਂ ਖੋਦਾ ਹੋਇਆ ਮੇਰੇ ਨੌਂ ਦੇ ਉੱਤੇ ਕਰੰਟ ਲੱਗੇ ਹੈ, ਇੱਕ ਕਿਡਨੀ ਛੋਟੀ ਹੋ ਗਈ ਹੈ, ਦੂਜੀ ਪ੍ਰੋਪਰ ਸਾਈਜ਼ ਦੀ ਹੈ। ਇਹ ਸਾਰਾ PGI ਨੇ ਐਗਜ਼ਾਮੀਨੇਸ਼ਨ ਕਰਕੇ ਡਾਕਟਰ ਨੇ ਰਿਪੋਰਟ ਲਿਖੀ ਹੋਈ ਹੈ। ਓਕੇ। ਤੇ ਜਿਹੜੀਆਂ ਮੇਰੀਆਂ ਅੱਖਾਂ ਹੈ ਇਹ ਬਹੁਤ ਕਮਜ਼ੋਰ ਹੋ ਗਈਆਂ ਲਾਈਟਾਂ ਮਾਰ ਕੇ ਤੇ ਜਿਹੜੀ ਮੇਰੀ ਆਪਟਿਕ ਨਰਵ ਹੈ ਖੱਬੀ ਅੱਖ ਦੀ ਇਹ ਵੀ ਮਰ ਚੁੱਕੀ ਹੈ। ਸੋ ਇਸ ਤਰ੍ਹਾਂ ਮੈਨੂੰ 5 ਸਾਲ ਇਹਨਾਂ ਨੇ ਸੋਲਿਟਰੀ ਕਨਫਾਈਨਮੈਂਟ ਤਨਾਈ ਦੇ ਵਿੱਚ ਰੱਖਿਆ ਤੇ ਉੱਥੇ ਵੀ ਜਾਸਤੀਆਂ ਕਰਦੇ ਰਹੇ। BP ਸਿੰਘ ਦੀ ਸਰਕਾਰ ਵੇਲੇ ਫਿਰ ਅਸੀਂ ਇੱਕ ਵੱਡਾ ਇਕੱਠ ਕੀਤਾ ਸੀਗਾ, ਕਿਉਂ ਕਰਕੇ ਸਮੇਤ ਸੈਣੀ ਬਹੁਤ ਬਠਿੰਡੇ ਦਾ SSP ਸੀਗਾ ਤੇ ਉਹ ਜ਼ੁਲਮ ਕਰ ਰਿਹਾ ਸੀਗਾ ਤੇ ਅਸੀਂ ਉੱਥੇ ਇਕੱਠ ਕੀਤਾ ਸੀਗਾ। ਫਿਰ ਸਮੇਤ ਸੈਣੀ ਨੇ ਸਾਡੇ ਉੱਤੇ ਫਾਇਰਿੰਗ ਕਰਾਈ ਤੇ ਮੈਨੂੰ ਬਹੁਤ ਲਾਠੀਆਂ ਨਾਲ ਜ਼ਖਮ ਹੋਏ, ਮੇਰੇ ਕੱਪੜੇ ਪਾਟ ਗਏ, ਸਾਰਾ ਕੁਝ ਕੀਤਾ। ਫਿਰ ਮੈਨੂੰ ਇਹ ਚੰਡੀਗੜ੍ਹ ਲੈ ਆਏ ਤੇ ਚੰਡੀਗੜ੍ਹ ਜਦੋਂ ਲੈ ਕੇ ਆਏ ਫਿਰ ਮੈਂ ਜਿਹੜਾ 16 ਸੈਕਟਰ ਦਾ ਹਸਪੀਟਲ ਹੈ ਉੱਥੇ ਐਡਮਿਟ ਕੀਤਾ। ਉੱਥੇ ਮੇਰੇ ਪਿਸ਼ਾਬ ਦੇ ਵਿੱਚੋਂ ਖੂਨ ਵੀ ਆਉਣ ਲੱਗ ਪਿਆ ਤੇ ਫਿਰ ਮੈਨੂੰ ਉੱਥੇ ਟ੍ਰੀਟਮੈਂਟ ਮਿਲੀ। ਤੇ ਕਮਾਲ ਦੀ ਗੱਲ ਹੈ ਕਿ ਇੰਨਾ ਕੁਛ ਕਰਾ ਕੇ ਰਾਜਾ BP ਸਿੰਘ ਨੇ ਮੈਨੂੰ ਮਿਲਣ ਦੇ ਲਈ ਆਪਣਾ ਚੰਡੀਗੜ੍ਹ ਦਾ DC ਭੇਜਿਆ ਓਕੇ। ਤੇ ਇੱਕ ਗੁਲਦਸਤਾ ਫੁੱਲਾਂ ਦਾ ਭੇਜਿਆ
ਉਹ ਜਿਹੜੇ ਅਫਸਰ ਆਏ ਸੀਗੇ ਇਹ ਆਈਏਐਸ ਤੇ ਆਈਪੀਐਸ ਦੇ, ਉਹ ਕਹਿੰਦੇ ਕਿ ਇਹ ਜਿਹੜਾ ਤੂੰ ਅਸਤੀਫਾ ਦਿੱਤਾ ਹੈ, ਹੂੰ ਤੂੰ ਸਾਨੂੰ ਇੰਨਾ ਹੀ ਕਹਿ ਦੇ ਕਿ ਮੈਂ ਇਹ ਇਮੋਸ਼ਨਲ ਹੋ ਕੇ ਤੇ ਮੇਰਾ ਜਿਹੜਾ ਸੀਗਾ ਦਿਲ ਖੱਟਾ ਹੋ ਗਿਆ ਤੇ ਮੈਂ ਉਸ ਕਰਕੇ ਅਸਤੀਫਾ ਦਿੱਤਾ। ਤੇ ਮੈਂ ਕਿਹਾ ਕਿ ਇਹ ਕਹਿ ਤਾਂ ਮੈਂ ਸਕਦਾ ਤੁਹਾਨੂੰ, ਹੂੰ ਪਰ ਜਦੋਂ ਇਹ ਅਸਲੀਅਤ ਨਹੀਂ ਹੈ, ਜਦੋਂ ਜ਼ਬਰ ਇੰਨਾ ਹੋਇਆ ਅਸਤੀਫਾ ਤਾਂ ਮੈਂ ਤਾਂ ਦਿੱਤਾ। ਮੈਂ ਕਹਿੰਦਾ ਸੀਗਾ ਮੁੱਖ ਧਾਰਾ ਸਿੱਖਾਂ ਦੀ ਅਲੱਗਾ ਹੈ, ਹਿੰਦੂਆਂ ਦੀ ਅਲੱਗਾ ਹੈ ਤੇ ਮੁਸਲਮਾਨਾਂ ਦੀ ਅਲੱਗਾ ਹੈ। 47 ਦੇ ਵਿੱਚ ਇਸੇ ਕਰਕੇ ਫੈਸਲਾ ਹੋਇਆ ਕਿ ਜੇ ਮੁੱਖ ਧਾਰਾ ਹਿੰਦੂਆਂ ਦੀ ਵੱਖਰੀ ਹੈ, ਮੁਸਲਮਾਨਾਂ ਦੀ ਵੱਖਰੀ ਹੈ, ਅੰਗਰੇਜ਼ਾਂ ਨੇ ਉਹਨਾਂ ਨੂੰ ਦੋ ਰਾਜ ਸੈਪਰੇਟ ਦੇ ਦਿੱਤੇ। ਸਿੱਖਾਂ ਦੀ ਮੁੱਖ ਧਾਰਾ ਜਿਹੜੀ ਅੰਗਰੇਜ਼ ਜਾਣਦਾ ਸੀਗਾ ਕਿ ਹੈਗੀ ਹੈ, ਕਿਉਂ ਕਰਕੇ ਜਦੋਂ ਡਲਹੌਜ਼ੀ ਨੇ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਉੱਤੇ ਜੰਗ ਕੀਤਾ ਸ਼ੁਰੂ, ਉਹਨੇ ਕਿਹਾ ਸੀ ਕਿ ਸਿੱਖ ਨੇਸ਼ਨ has asked for war and by my will they will have it with a vengeance। ਮੈਂ ਕਿਹਾ ਜਦੋਂ ਅਸੀਂ ਨੇਸ਼ਨ ਹੀ ਲੈਦਾ ਹੈ, ਸਾਡੇ ਨਾਲ ਤੁਸੀਂ ਬੇਈਮਾਨੀ ਕੀਤੀ ਅੰਗਰੇਜ਼ਾਂ ਨੇ, ਤੇ ਫਿਰ ਮੁੱਖ ਧਾਰਾ ਤਾਂ ਮੇਰੀ ਅਲੱਗਾ ਹੈ। ਇਹ ਮੈਂ ਮੁੱਖ ਧਾਰਾ ਕਿਹੜੀ ਚਾਹੁੰਦਾ ਕਿ ਸਾਰੇ ਅਕਾਲੀ ਇੱਕੋ ਸਟੇਜ ਤੇ ਹੈ, ਪਰ ਇਹਨਾਂ ਦੇ ਖਿਲਾਫ ਦੁਨੀਆ ਬਹੁਤ ਖਰਾਬ ਹੋਈ ਸੀ ਖਿਲਾਫ, ਤੇ ਇਹਨਾਂ ਨੂੰ ਗੋਲੀ ਮਾਰ ਰਹੇ ਸੀਗੇ। ਪਰ ਇਸ ਕਰਕੇ ਕਿ ਅਸੀਂ ਯੂਨਾਈਟਿਡ ਫਰੰਟ ਦੁਨੀਆ ਨੂੰ ਦਿਖਾਈਏ, ਇਹਨਾਂ ਨੂੰ ਮੈਂ ਸਟੇਜਾਂ ਤੇ ਬਿਠਾਇਆ, ਬਾਦਲ, ਟੋੜੇ ਨੂੰ, ਤਲਵੰਡੀ ਨੂੰ, ਇਹ ਸਾਰਿਆਂ ਨੂੰ ਮੈਂ ਕੋਸ਼ਿਸ਼ ਕੀਤੀ ਕਿ ਇੱਕ ਸਟੇਜ ਤੇ ਆਉਣ। ਇਹ ਤੋਂ ਬਾਅਦ ਫਿਰ ਐਲਾਨਨਾਮਾ ਹੋਇਆ ਅੰਮ੍ਰਿਤਸਰ ਦਾ। ਉੱਥੇ ਤਖਤਾਂ ਦੇ ਜਥੇਦਾਰ ਸੀਗੇ ਪ੍ਰੋਫੈਸਰ ਮਨਜੀਤ ਸਿੰਘ, ਉਹਨਾਂ ਨੇ ਸਾਨੂੰ ਸੱਦਿਆ, ਉੱਥੇ ਐਲਾਨਨਾਮੇ ਦੇ ਉੱਤੇ ਦਸਤਖਤ ਹੋਏ। ਹੁਣ ਇਹੋ ਜਿਹੇ ਸਲਿੱਪਰੀ ਬੰਦਿਆਂ ਦਾ ਕੀ ਕਰੋਗੇ ਤੁਸੀਂ, ਜਿਹੜੇ ਦਸਤਖਤ ਕਰਕੇ ਫੋਟੋਆਂ ਲਵਾ ਕੇ ਅਕਾਲ ਤਖਤ ਤੇ ਸਹੁੰ ਚੱਕ ਕੇ ਮੁੱਕਰ ਜਾਣ, ਤਾਂ ਫਿਰ ਇਹਨਾਂ ਨੂੰ ਕੀ ਕਿਹਾ ਜਾ ਸਕਦਾ। ਮੈਂ ਲੜਦਾ ਤਾਂ ਹੈਗਾ, ਕਰਦਾ ਕੌਮ ਦੇ ਲਈ, ਪਰ ਸਿੱਖ ਮੈਨੂੰ ਵੋਟ ਨਹੀਂ ਪਾਉਂਦਾ। ਉਹ ਪਾਉਂਦਾ ਕਾਂਗਰਸ ਨੂੰ, ਬਾਦਲ ਦਲ ਨੂੰ, ਆਮ ਆਦਮੀ ਪਾਰਟੀ ਨੂੰ। ਜਿਹੜਾ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਹੈ, ਜਿਹੜੇ ਸਿੱਖ ਕੈਨੇਡਾ ਦੇ ਵਿੱਚ, ਅਮਰੀਕਾ 'ਚ ਰਹਿੰਦੇ ਹੈ, ਬਰਤਾਨੀਆ 'ਚ, ਉਹਨਾਂ ਨੇ ਇਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਬਹੁਤ ਜ਼ਿਆਦਾ ਕੀਤੀ ਹੋਈ ਹੈ। ਤੇ ਮੈਨੂੰ ਵੀ ਟੈਲੀਫੋਨ ਆਉਂਦੇ ਆ ਕਿ ਤੁਸੀਂ ਕੀ ਲੈਣਾ ਪੋਲੀਟਿਕਸ ਤੋਂ, ਤੇ ਤੁਸੀਂ ਨਾ ਲੜੋ। ਤੇ ਮੈਂ ਹੁਣ ਜਵਾਬ ਰਹਿ ਜਾਂਦਾ ਕਿ ਇਹ ਦੇਖੋ, ਸਿੱਖ ਮੈਨੂੰ ਟੈਲੀਫੋਨ ਕਰ ਰਹੇ ਹੈ ਕਿ 6ਵੇਂ ਪਾਤਸ਼ਾਹ ਨੇ ਤਾਂ ਸਾਨੂੰ ਕਿਰਪਾਨ ਦਿੱਤੀ ਹੈ, ਤੇ ਹੁਣ ਕਹਿੰਦੇ ਆ ਝਾੜੂ ਦੇ ਥੱਲੇ ਲੱਗ ਜਾ। ਤੇ ਇਹੋ ਜਿਹਾ ਮਾਹੌਲ ਹੈ, ਜਿੰਨਾ ਚਿਰ ਸਿੱਖਾਂ ਦੇ ਵਿੱਚ ਕੌਮੀਅਤ ਨਹੀਂ ਭਰਤੀ, ਜਿਵੇਂ ਸੰਤ ਜਰਨੈਲ ਸਿੰਘ ਨੇ ਭਰਤੀ ਸੀ, ਮੈਥੋਂ ਉਹੋ ਜਿਹੀ ਕੌਮੀਅਤ ਨਹੀਂ ਭਰੀ ਗਈ ਹੈਗੀ ਅਜੇ। ਜਦੋਂ ਕੁਛ ਹੋਊਗਾ, ਪਰ ਹੁਣ ਮੇਰੀ ਉਮਰ ਵੀ ਅੱਗੇ ਵੱਧਦੀ ਜਾਂਦੀ ਹੈ, ਹੁਣ ਤਾਂ ਨੈਕਸਟ ਕੋਈ ਜਿਹੜਾ ਆਊਗਾ ਲੀਡਰ ਉਹੀ ਕੁਛ ਕਰੂਗਾ।